ਅੱਜ ਜੰਗ ਲੱਗੀ ਸੁਣਿਆ ਬਹੁਤ ਜ਼ਾਲਮ ਪਾਕਿਸਤਾਨ ਚ ਬਹੁਤ ਹਮਲਾ ਹੋਇਆ ਹੈ। ਇੱਥੇ ਆਪਣਾ ਨਾਲ ਹਾਂਜੀ। ਇੱਕ ਪਿੰਡ ਹੈ ਸੁਣਿਆ ਪੀਰ ਤੇ ਜੰਡ। ਪੀਰ ਜੰਡ। ਅੱਛਾ, ਗੱਲ ਇਹ ਵੇ ਕਿ ਸਭ ਤੋਂ ਪਹਿਲਾਂ ਤੇ ਜਿਹੜਾ ਹੋਇਆ ਨਾ ਪਰਸੋਂ ਰਾਤ ਨੂੰ ਹਮਲਾ ਹੋਇਆ ਹੈ, ਜੀ ਜੀ, ਉਹਦੇ ਵਿੱਚ 5 ਜਿਹੜੇ ਨੇ ਨਾ ਰਾਈਫਲ ਤਿਆਰੇ ਜੀ ਭਾਰਤ ਦੇ, ਉਹ ਪਾਕਿਸਤਾਨ ਨੇ ਕਰਾਏ ਨੇ। ਸਾਡੀ ਫੌਜ ਨੇ ਬੜਾ ਜਨਾਬ ਕੰਮ ਕੀਤਾ ਹੈ। ਪਾਕ ਫਜ਼ਾਈਆ ਨੇ ਜਨਾਬ ਮੂੰਹ ਤੋੜ ਜਵਾਬ ਦਿੱਤਾ ਭਾਰਤ ਨੂੰ। ਜੀ ਜੀ ਬਿਲਕੁਲ। 5 ਉਹਨਾਂ ਦੇ ਜਿਹੜੇ ਨੇ ਨਾ, ਜਿਨ੍ਹਾਂ ਤੇ ਉਹਨਾਂ ਨੂੰ ਬੜਾ ਮਾਣ ਆ ਰਾਈਫਲ ਤਿਆਰਿਆਂ ਤੇ, ਉਹ ਫਰਾਂਸ ਕੋਲੋਂ ਉਹਨਾਂ ਲਏ, ਉਹ 5 ਕਰਾ ਦਿੱਤੇ ਨੇ ਪਾਕਿਸਤਾਨ ਨੇ। ਜੀ ਮੈਂ ਕੱਲ ਵੇਖਦਾ ਪਿਆ ਭਾਰਤ ਦਾ ਨਾ, ਇੰਡੀਆ ਦਾ ਇੰਜ ਨਾ ਕਲਿੱਪ ਮੇਰੇ ਸਾਹਮਣੇ ਆਇਆ। ਪਤਾ ਨਹੀਂ ਕੀ ਗੱਲ, ਜਿਤਨੀਆਂ ਵੀ ਚਪੇੜਾਂ ਖਾਂਦੇ ਨੇ ਨਾ, ਉਹ ਮੰਨਦੇ ਨਹੀਂ ਯਾਰ। ਉਹ ਭਾਰਤ ਵਾਲੇ। ਭਾਰਤ ਵਾਲੇ ਅੱਛਾ ਉਹਨਾਂ ਦਾ ਇਹ ਹਿਸਾਬ ਹੈ ਕਿ ਇੱਕ ਕੋਈ ਬੰਦਾ ਹੈ ਨਾ, ਉਹਨੂੰ ਮਤਲਬ ਹੈ ਕਿ ਚਪੇੜਾਂ ਵੱਜੀਆਂ ਨੇ, ਮੂੰਹ ਉਹਦਾ ਸੁੱਜੇ ਆ, ਜੀ ਜੀ ਖੋਨੇ ਉਹਦੇ ਸੁੱਜੇ ਪਏ ਨੇ, ਪਰ ਉਹ ਆਖਦਾ ਨਹੀਂ ਮੈਨੂੰ ਤੇ ਕੋਈ ਕਿਸੇ ਨੇ ਮਾਰਿਆ। ਇਹ ਹਿਸਾਬ ਹੈ ਭਾਰਤ ਵਾਲਿਆਂ ਦਾ। ਛੁਪਾਉਂਦੇ ਨੇ। ਮਤਲਬ ਇਹ ਕਿ ਸਾਹਮਣੇ ਦਿਸਦਾ ਪਿਆ ਵੀ ਉਹਨਾਂ ਦੇ ਡਰੋਨ। ਮਕਸਦ ਇਹ ਕਿ ਆਪਣਾ ਹੀ ਪਤਾ ਦੱਸਦੇ ਨੇ ਕਿ ਸਾਡਾ ਤਾਂ ਕੋਈ ਜਹਾਜ਼ ਨਹੀਂ ਉਹ ਗਿਆ। ਜਨਾਬ ਜੀ ਅਸੀਂ ਜੀ ਪਾਕਿਸਤਾਨ ਨੂੰ ਮਾਰ ਆਏ ਆ, ਪਾਕਿਸਤਾਨ ਨੂੰ ਸਬਕ ਸਿਖਾ ਆਏ ਆ, ਪਾਕਿਸਤਾਨ ਨੂੰ ਇਹ ਕਰ ਦਿੱਤਾ ਉਹ ਕਰ ਦਿੱਤਾ। ਮਤਲਬ ਇਹ ਵੇ ਕਿ ਉਹਨਾਂ ਦੇ ਨਾ, ਮੈਂ ਇਹਦੇ ਤੇ ਇੱਕ ਸ਼ਾਇਰੀ ਵੀ ਕੀਤੀ ਹੈ कि सुनकर तुम्हारी बढ़ के हैरत होती है, कुछ तो इंसान में गैरत होती है जी। पर ਇਹ ਵੇ ਕਿ ਉਹਦਾ ਜਿਹੜਾ ਨਾ ਮੰਨਣ ਵਾਲਾ, ਉਹ ਸ਼ਾਇਰੀ ਜਿਹੜੀ ਉਹ ਵੀ ਮੈਂ ਕਿਤੇ ਨਾ ਕਿਸੇ ਵਕਤ ਤੁਹਾਡੇ ਨਾਲ ਸ਼ੇਅਰ ਕਰਾਂਗਾ। ਕਿ ਗੱਲ ਕਰਨੇ ਦਾ ਮਤਲਬ ਇਹ ਵੇ ਕਿ ਉਹਨਾਂ ਦੇ ਜਹਾਜ਼ ਜਿਹੜੇ ਜਿਨ੍ਹਾਂ ਤੇ ਉਹਨਾਂ ਨੂੰ ਬੜਾ ਮਾਣ ਆ, ਉਹ ਗਿਰਾਏ ਨੇ ਪਾਕਿਸਤਾਨ ਨੇ, ਪਾਕ ਫਜ਼ਾਈਆ ਨੇ ਬੜਾ ਭਰਪੂਰ ਜਵਾਬ ਦਿੱਤਾ। ਬਹਰਹਾਲ ਉਹ ਮੰਨਣ ਵਾਲੇ ਦਿਹਾੜੇ ਦੇ ਨਹੀਂ ਆ ਕਿ ਮੰਨਣ ਕਿ ਜੀ ਅਸੀਂ ਜਿਹੜਾ ਨਾ ਸਾਨੂੰ ਅੱਗੋਂ ਚਪੇੜਾਂ ਪਈਆਂ ਨੇ, ਮੂੰਹ ਦੀ ਖਾਣੀ ਪਈ ਹੈ। ਹੋਰ ਵੀ ਗੱਲ ਹੈ, ਸਾਡੀਆਂ ਮਸਜਿਦਾਂ ਤੇ ਹਮਲਾ ਕੀਤਾ, ਇੱਕ ਮਾਸੂਮ ਬੱਚਾ ਹੈ ਉਹ ਸ਼ਹੀਦ ਹੋਇਆ, ਠੀਕ ਹੈ। ਸਿਵਿਲੀਅਨ ਤੇ ਉਹਨਾਂ ਨੇ ਹਮਲਾ ਕੀਤਾ, ਮਸਜਿਦਾਂ ਤੇ ਉਹਨਾਂ ਨੇ ਹਮਲਾ ਕੀਤਾ। ਅਸੀਂ ਉਹਨਾਂ ਦੇ ਜਿਹੜੇ ਜਹਾਜ਼ ਨੇ ਤਿਆਰੇ ਜਿਹੜੇ ਨੇ ਉਹਨਾਂ ਦੇ, ਉਹ ਅਸੀਂ ਗਿਰਾਏ ਤੇ ਹੈ ਨੇ। ਬਾਕੀ ਉਹਦੇ ਨਾਲ ਮਸਲਾ ਹੱਲ ਨਹੀਂ ਹੁੰਦਾ ਕਿ ਅਸੀਂ ਕਹਿ ਦਈਏ ਕਿ ਜੀ ਅਸੀਂ ਉਹਨਾਂ ਦੇ ਤਿਆਰੇ ਗਿਰਾ ਦਿੱਤੇ ਨੇ, ਤਬਾਹ ਕਰ ਦਿੱਤੇ ਨੇ। ਅਸਲ ਪਤਾ ਕਿ ਪਾਕਿਸਤਾਨ ਵਿੱਚ ਇਨਸਾਨੀਅਤ ਹੈ ਨਾ, ਇਹ ਸਿਵਲ ਤੇ ਹਮਲਾ ਨਹੀਂ ਕਰਦੇ, ਇਹ ਕਰਦੇ ਨੇ ਆਰਮੀ ਹੈ, ਉਹਨਾਂ ਦੀ ਆਰਮੀ ਬਿਲਕੁਲ ਤੇ ਹਮਲਾ ਕਰਦੇ ਨੇ। ਸਾਡੇ ਵਿੱਚ ਇਨਸਾਨੀਅਤ ਹੈ, ਬਿਲਕੁਲ ਹੈ। ਉਹਨਾਂ ਵਿੱਚ ਤੇ ਇਨਸਾਨੀਅਤ ਹੈ ਹੀ ਕੋਈ ਨਹੀਂ ਨਾ। ਬਹਰਹਾਲ ਇਹੋ ਜਿਹੇ ਬੰਦੇ ਨੂੰ ਫਿਰ ਨਾ ਇਹੋ ਜਿਹੀ ਜ਼ੁਬਾਨ ਨਾਲ ਜਵਾਬ ਦੇਣਾ ਪੈਂਦਾ। ਇਹਦੇ ਵਾਸਤੇ ਇਹ ਵੇ ਕਿ ਹੁਣ ਸਾਨੂੰ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ। ਆਵਾਮ ਇਹ ਚਾਹੁੰਦੀ ਹੈ ਕਿ ਅਸੀਂ ਉਹਨਾਂ ਨੂੰ ਜਵਾਬ ਦਈਏ। ਅੱਛਾ, ਇਹ ਵੀ ਤੁਹਾਡੀ ਗੱਲ ਠੀਕ ਹੈ, ਲੇਕਿਨ ਮੈਂ ਇਹ ਵੀ ਸੁਣਿਆ ਕਹਿੰਦੇ ਨੇ ਕਿ ਆਪਣਾ ਇੰਡੀਆ ਪਾਕਿਸਤਾਨ ਵਾਲਾ ਬਹੁਤ ਵੱਡੀ ਟੈਕਨੋਲੋਜੀ ਹੈ, ਬਹੁਤ ਜ਼ਰੀਲੇ ਕਹਿ ਲੋ ਕਿ ਆਪਣਾ ਐਟਮ ਬੰਬ ਨੇ, ਉਹ ਜਨਾਬ ਇੰਡੀਆ 'ਚ ਤਾਂ ਨਹੀਂ ਛੱਡਦੇ ਹਨ ਤੇ ਸਿਰਫ ਮੁਸਲਮਾਨ ਉੱਥੇ ਰਹਿੰਦੇ। ਮੁਸਲਮਾਨ ਵੀ ਆਨੇ, ਨਾਲੇ ਗੱਲ ਇਹ ਦੂਸਰੀ ਕਿ ਜਿਹੜੇ ਅਸੀਂ ਨਾ ਪਾਕਿਸਤਾਨ ਵਾਲੇ, ਇਹ ਨਾ ਵੀ ਮੁਸਲਮਾਨ ਹੋਣ ਤੇ ਚਾਹੇ ਕੋਈ ਵੀ ਮਜ਼ਹਬ ਹੋਵੇ, ਸਾਡੇ ਜਿਤਨੇ ਵੀ ਸਿਪਾਹ ਸਲਾਰ ਹੁੰਦੇ ਸੀ ਇਸਲਾਮੀ, ਉਹ ਜਿੱਥੇ ਕਿਤੇ ਫਤਹ ਵੀ ਹਾਸਲ ਕਰਦੇ ਹੁੰਦੇ ਨਾ, ਉੱਥੇ ਪਹਿਲਾਂ ਜੰਗ ਲੜਨ ਤੋਂ ਪਹਿਲਾਂ ਉਹ ਐਲਾਨ ਕਰਦੇ ਹੁੰਦੇ ਕਿ ਔਰਤਾਂ ਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ। ਪਰ ਉਹਨਾਂ ਵਿੱਚ ਇਨਸਾਨੀਅਤ ਕੋਈ ਨਹੀਂ ਨਾ। ਗੱਲ ਕਰਨੇ ਦਾ ਮਤਲਬ ਇਹ ਵੇ ਕਿ ਹੁਣ ਉਹਨਾਂ ਦੇ ਤਿਆਰੇ ਕਰਾ ਕੇ ਅਸੀਂ ਕਹੀਏ ਕਿ ਜੀ ਅਸੀਂ ਭਾਂਗਾ ਪੂਰਾ ਕਰ ਲਿਆ, ਨਹੀਂ ਆਉਂਦਾ। ਤਿਆਰੇ ਕਰਾਉਣ ਦਾ ਮਤਲਬ ਤੇ ਇਹ ਵੇ ਨਾ ਕਿ ਉਹਨਾਂ ਨੇ ਆ ਕੇ ਹਮਲਾ ਕੀਤਾ, ਜਿਹੜੇ ਤਿਆਰੇ ਉਹ ਲੈ ਕੇ ਆਏ ਉਹ ਅਸੀਂ ਤਬਾਹ ਕਰ ਦਿੱਤੇ। ਬਾਕੀ ਇਹ ਤੇ ਹਿਸਾਬ ਉਹ ਹੋ ਗਿਆ ਨਾ ਕਿ ਜਿਸ ਤਰ੍ਹਾਂ ਮਤਲਬ ਹੈ ਕਿ ਤੁਹਾਨੂੰ ਕੋਈ ਬੰਦਾ ਤੀਰ ਮਾਰਦਾ ਤੇ ਤੁਸੀਂ ਤੀਰ ਤੋਂ ਬਚ ਜਾਂਦੇ ਹੋ, ਤੇ ਉਹ ਤੀਰ ਨੂੰ ਤਰੋੜ ਦਿੰਦੇ ਹੋ, ਤੇ ਤੁਸੀਂ ਕਹੋਗੇ ਜੀ ਬਦਲਾ ਲੈ ਕੇ ਤਾਂ ਨਹੀਂ। ਮਾਰਨ ਵਾਲੇ ਨੂੰ ਜਿਤਨਾ ਚਿਰ ਸਬਕ ਨਹੀਂ ਦੇਣਾ, ਉਤਨਾ ਚਿਰ ਉਹਨੇ ਆਰਾਮ ਨਾਲ ਨਹੀਂ ਬਹਿਣਾ। ਫਿਰ ਇਹੋ ਜਿਹੇ ਬੁਜ਼ਦਿਲ ਬੰਦੇ ਨੇ, ਠੀਕ ਹੈ, ਇਹਨੇ ਕਦੇ ਆਰਾਮ ਨਾਲ ਨਹੀਂ ਬਹਿਣਾ। ਉਹਦਾ ਹੁਣ ਕੱਲ ਇੱਥੇ ਲਾਲੇ ਮੂਸੇ ਦੇ ਕੋਲ ਜਨਾਬ ਜੰਡਾਲ ਪੀਰ ਜੰਡ ਇੱਕ ਡਰੋਨ ਜਿਹੜਾ ਉਹ ਗਿਰਾਇਆ, ਉਹ ਵੀ ਸਾਡੀ ਮਤਲਬ ਹੈ ਕਿ ਆਰਮੀ ਨੇ ਗਿਰਾਇਆ ਡਰੋਨ, ਵਰਨਾ ਉਹਨੇ ਕੋਈ ਨੁਕਸਾਨ ਕਰਨਾ ਆ, ਬਾਕੀ ਉਹਨੂੰ ਗਿਰਾ ਦਿੱਤਾ, ਠੀਕ ਹੈ।
ਗੱਲ ਕਰਨੇ ਦਾ ਮਤਲਬ ਇਹ ਵੇ ਕਿ ਜਿਹੜਾ ਜਨਾਬ ਇਹਨਾਂ ਨੂੰ ਜਵਾਬ ਦੇਣਾ ਪਵੇਗਾ। ਜਵਾਬ ਜਿਹੜਾ ਅਗਰ ਅਸੀਂ ਜਵਾਬ ਦੇਣੇ ਆ ਨਾ, ਜੀ ਤੇ ਸਾਨੂੰ ਅਕਵਾਮ ਮੁਤਹਦਾ ਦੇ ਜਿਹੜਾ ਚਾਰਟਰ ਹੈ ਉਹਦੇ ਮੁਤਾਬਕ ਵੀ ਅਸੀਂ ਆਪਣੇ ਦਫਾ ਵਿੱਚ ਜਵਾਬ ਦੇਣੇ ਆ, ਤੇ ਉਹ ਸਾਡਾ ਜਾਇਜ਼ ਹੈ, ਜੀ ਉਹ ਸਾਡਾ ਰਾਈਟ ਹੈ, ਅਸੀਂ ਜਵਾਬ ਦੇ ਸਕਦੇ ਹਾਂ, ਕਿਉਂਕਿ ਉਹਨਾਂ ਨੇ ਪਹਿਲ ਕੀਤੀ ਹੈ, ਉਹਨਾਂ ਨੇ ਪਹਿਲਾਂ ਹਮਲਾ ਕੀਤਾ ਹੈ। ਅਸੀਂ ਹੁਣ ਆਪਣੇ ਦਫਾ ਦੇ ਵਿੱਚ ਉਹਨਾਂ ਨੂੰ ਜਵਾਬ ਦੇ ਸਕਦੇ ਹਾਂ। ਤੇ ਉਹਦੇ ਵਾਸਤੇ ਅਸੀਂ ਜਿਹੜਾ ਨਾ ਉਹ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਤੇ ਪਹਿਲ ਤੇ ਉਦੋਂ ਹੀ ਕਰ ਦਿੱਤੀ ਹੈ ਜਦੋਂ ਪਾਕਿਸਤਾਨ ਦਾ ਪਾਣੀ ਬੰਦ ਕੀਤਾ ਮੋਦੀ ਨੇ। ਹਾਂਜੀ, ਠੀਕ ਹੈ, ਉਦੋਂ ਹੀ ਉਹਨਾਂ ਨੇ ਪਹਿਲ ਕਰ ਦਿੱਤੀ। ਹੁਣ ਪਾਕਿਸਤਾਨ ਕੋਲੇ ਇੱਕ ਤੇ ਇਹ ਵੇ ਕਿ ਜਿਹੜਾ ਨਾ ਸਿੰਧ ਤਾਸ ਮੁਆਹਦਾ ਉਹਦੇ ਮੁਤਾਬਕ ਉਹ ਪਾਣੀ ਬੰਦ ਕਰ ਹੀ ਨਹੀਂ ਸਕਦੇ। ਉਹਨਾਂ ਨੇ ਜਿਹੜੇ ਡੈਮ ਬਣਾਏ ਨੇ, ਉਹਨਾਂ ਨੂੰ ਪਾਕਿਸਤਾਨ ਵਿੱਚ ਸਲਾਹੀਅਤ ਹੈ ਕਿ ਉਹਨਾਂ ਨੂੰ ਤਬਾਹ ਕਰਨ ਦੀ, ਉਹ ਡੈਮ ਤਬਾਹ ਕਰਨੇ ਚਾਹੀਦੇ ਨੇ। ਨਾਲੇ ਤੇ ਉਹਨਾਂ ਨੇ ਜਿਹੜਾ ਹਮਲਾ ਕੀਤਾ ਉਹਦਾ ਵੀ ਬਦਲਾ ਹੋਵੇਗਾ, ਤੇ ਨਾਲੇ ਉਂਝ ਵੀ ਸਾਡਾ ਰਾਈਟ ਬਣਦਾ ਜੀ। ਉਹਨਾਂ ਨੇ ਸਿੰਧ ਤਾਸ ਮੁਆਹਦੇ ਦੀ ਖਿਲਾਫ ਵਰਜ਼ੀ ਕੀਤੀ ਹੈ, ਠੀਕ ਹੈ। ਦੂਜੀ ਇੱਕ ਹੋਰ ਗੱਲ ਹੈ, ਜਿਹੜੇ ਨੇ ਨਾ ਸਾਡੇ ਸਿੱਖ ਭਰਾ ਭਾਰਤ ਦੇ ਵਿੱਚ, ਉਹ ਚਾਹੁੰਦੇ ਨੇ ਕਿ ਪਾਕਿਸਤਾਨ ਉਹਨਾਂ ਦੇ ਨਾਲ ਲੱਗਣ। ਸਿੱਖਾਂ ਦਾ ਸਰਬਰਾਹ, ਇਹ ਸਿੱਖਾਂ ਦੇ ਸਰਬਰਾਹ ਨੇ ਗੁਰਤੌਂਤ ਸਿੰਘ, ਉਹਨਾਂ ਨੇ ਵਾਜ਼ਿਆ ਤੌਰ ਤੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਅਗਰ ਪਾਕਿਸਤਾਨ ਇਹ ਐਲਾਨ ਕਰੇ ਕਿ ਅਸੀਂ ਪੰਜਾਬ ਜਿਹੜਾ ਭਾਰਤ ਦੇ ਵਿੱਚ ਪੰਜਾਬ ਹੈ ਉਹਨੂੰ ਵੱਖਰਿਆਂ ਕਰਾਉਣ ਵਿੱਚ ਅਸੀਂ ਤੁਹਾਡਾ ਸਾਥ ਦਿਆਂਗੇ, ਤੁਹਾਡੇ ਨਾਲ ਹਾਂ, ਠੀਕ ਹੈ। ਤੇ ਅਸੀਂ ਜਿਹੜੇ ਸਿੱਖ ਹਾਂ, ਅਸੀਂ ਪਾਕਿਸਤਾਨ ਦੀ ਫੌਜ ਦੇ ਵਾਸਤੇ ਲੰਗਰ ਦਾ ਵੀ ਇੰਤਜ਼ਾਮ ਕਰਾਂਗੇ ਇੱਥੇ ਆਪਣੇ ਪੰਜਾਬ ਵਿੱਚ, ਭਾਰਤ ਦੇ ਵਿੱਚ ਜਿਹੜਾ ਪੰਜਾਬ ਹੈ ਉਹਦੇ ਵਿੱਚ। ਉਹਨੇ ਨੇ ਕਿਹਾ ਕਿ ਅਸੀਂ ਲੰਗਰ ਦਾ ਵੀ ਇੰਤਜ਼ਾਮ ਕਰਾਂਗੇ ਪਾਕਿਸਤਾਨੀ ਫੌਜ ਵਾਸਤੇ। ਬਹੁਤ ਵੱਡੀ ਗੱਲ ਹੈ। ਉਹ ਇਹ ਗੱਲ ਸੁਣ ਕੇ ਪਾਕਿਸਤਾਨੀ ਆਵਾਮ ਜਿਹੜੀ ਹੈ ਨਾ, ਉਹ ਹੁਣ ਇਹ ਚਾਹੁੰਦੀ ਹੈ ਕਿ ਸਾਡੀ ਗੌਰਮੈਂਟ ਇਹ ਐਲਾਨ ਕਰੇ, ਅੱਛਾ, ਕਿ ਜਿਹੜਾ ਪੰਜਾਬ ਹੈ ਉਹ ਉਹਨਾਂ ਨੂੰ ਸਿੱਖਾਂ ਨੂੰ ਵੱਖਰਾ ਕੀਤਾ ਜਾਏ, ਸਿੱਖਾਂ ਨੂੰ ਭਾਰਤ ਦੇ ਗੁਲਾਮੀ ਦੇ ਵਿੱਚੋਂ ਨਿਕਲਣ ਵਾਸਤੇ ਪਾਕਿਸਤਾਨ ਪੂਰੀ ਭਰਪੂਰ ਮਦਦ ਕਰੇਗਾ। ਪਾਕਿਸਤਾਨੀ ਗੌਰਮੈਂਟ ਐਲਾਨ ਕਰੇ। ਇਹ ਪਾਕਿਸਤਾਨੀ ਆਵਾਮ ਦਾ ਵੀ ਹੁਣ ਮੁਤਾਲਬਾ ਹੈ। ਸਿੱਖਾਂ ਦੀ ਆਵਾਜ਼ ਸੁਣ ਕੇ ਨਾ ਪਾਕਿਸਤਾਨੀ ਆਵਾਮ ਦਾ ਵੀ ਮੁਤਾਲਬਾ ਹੈ ਕਿ ਪਾਕਿਸਤਾਨ ਗੌਰਮੈਂਟ, ਪਾਕਿਸਤਾਨ ਆਰਮੀ ਐਲਾਨ ਕਰਨ ਕਿ ਭਾਰਤ ਦੀ ਗੁਲਾਮੀ ਵਿੱਚੋਂ ਕੱਢਣ ਵਾਸਤੇ ਅਸੀਂ ਸਿੱਖ ਭਰਾਵਾਂ ਦੇ ਨਾਲ ਹਾਂ। ਤੀਜੀ ਗੱਲ, ਹਾਂਜੀ, ਤੀਜੀ ਗੱਲ ਇਹ ਵੇ ਕਿ ਜਨਾਬ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ, ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਨੇ ਤੇ ਕੌਮ ਨਾਲ ਖਿਤਾਬ ਕੀਤਾ ਹੈ। ਉਹਨਾਂ ਨੇ ਕਿਹਾ ਕਿ ਭਾਰਤ ਨੂੰ ਮੂੰਹ ਤੋੜ ਜਵਾਬ ਦਿਆਂਗੇ। ਬਹਰਹਾਲ ਮੀਆਂ ਮੁਹੰਮਦ ਨਵਾਜ਼ ਸ਼ਰੀਫ ਜਿਹੜੇ ਮੁਸਲਿਮ ਲੀਗ ਨੂਨ ਦੇ ਸਰਬਰਾਹ ਨੇ, ਉਹਨਾਂ ਦੀ ਤਰਫੋਂ ਕੋਈ ਜਵਾਬ ਨਹੀਂ ਆਇਆ, ਕੋਈ ਜਵਾਬ ਨਹੀਂ ਉਹਨਾਂ ਨੇ ਦਿੱਤਾ ਮੋਦੀ ਨੂੰ। ਆਪਣੀਆਂ ਸ਼ਾਦੀਆਂ ਤੇ ਮੋਦੀ ਨੂੰ ਬੁਲਾ ਲੈਂਦੇ ਨੇ, ਸਾੜੀਆਂ ਪੇਸ਼ ਕਰਦੇ ਨੇ ਮੋਦੀ ਦੀ ਮਾਂ ਨੂੰ, ਠੀਕ ਹੈ। ਤੇ ਜਿਸ ਵਕਤ ਉਹ ਹੀ ਮੋਦੀ ਪਾਕਿਸਤਾਨ ਦੇ ਖਿਲਾਫ ਪਹਿਲਾਂ ਬੜਕਾ ਮਾਰਦਾ ਪਿਆ, ਪਹਿਲਾਂ ਪਾਕਿਸਤਾਨ ਦੇ ਖਿਲਾਫ ਬੜਕਾ ਮਾਰਦਾ ਪਿਆ, ਉਸ ਵਕਤ ਵੀ ਮੀਡੀਆ ਨੇ ਪੁੱਛਿਆ ਮੀਆਂ ਸਾਹਿਬ ਕੋਲੋਂ ਕਿ ਮੀਆਂ ਸਾਹਿਬ ਭਾਰਤ ਧਮਕੀਆਂ ਦਿੰਦਾ ਪਿਆ ਪਾਕਿਸਤਾਨ ਨੂੰ। ਮੀਆਂ ਸਾਹਿਬ ਨੇ ਕੋਈ ਜਵਾਬ ਨਹੀਂ ਦਿੱਤਾ, ਚੁੱਪ ਰਹੇ ਨੇ, ਖਾਮੋਸ਼ ਰਹੇ ਨੇ, ਸਹਾਫੀਆਂ ਦੇ ਸਵਾਲ ਦਾ ਜਵਾਬ ਵੀ ਨਹੀਂ ਨੇ ਦਿੱਤਾ। ਇਸ ਮੁਲਕ ਨੇ, ਇਸ ਪਾਕਿਸਤਾਨ ਨੇ ਮੀਆਂ ਸਾਹਿਬ ਨੂੰ 3 ਦਫਾ ਵਜ਼ੀਰ ਆਜ਼ਮ ਬਣਾਇਆ। ਇਸ ਟਾਈਮ ਵੀ ਮੀਆਂ ਸਾਹਿਬ ਦਾ ਭਰਾ ਵਜ਼ੀਰ ਆਜ਼ਮ ਹੈ, ਤੇ ਮੀਆਂ ਸਾਹਿਬ ਦੀ ਬੇਟੀ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਦੀ ਵਜ਼ੀਰ ਆਲਾ ਹੈ। ਇਸ ਮੁਲਕ ਨੇ ਮੀਆਂ ਸਾਹਿਬ ਨੂੰ ਕੀ ਕੁਝ ਦਿੱਤਾ ਹੈ। ਮੀਆਂ ਸਾਹਿਬ ਜਿਹੜੇ ਨੇ, ਉਹਨਾਂ ਨੇ ਜਿਸ ਵਕਤ ਉਹ ਮੋਦੀ ਧਮਕੀਆਂ ਦਿੰਦਾ ਆਇਆ ਪਿਆ, ਉਸ ਵਕਤ ਵੀ ਮੀਆਂ ਸਾਹਿਬ ਖਾਮੋਸ਼ ਰਹੇ ਨੇ। ਹੁਣ ਉਹਨੇ ਟੈਗ ਵੀ ਕਰ ਦਿੱਤਾ ਹੈ, ਮੀਆਂ ਸਾਹਿਬ ਇਹ ਵੀ ਖਾਮੋਸ਼ ਨੇ। ਤੇ ਜਿਸ ਵਕਤ ਭਾਰਤ ਨੂੰ ਜ਼ਰੂਰਤ ਹੁੰਦੀ ਹੈ ਤੇ ਮੀਆਂ ਸਾਹਿਬ ਭਾਰਤ ਦਾ ਸਹਾਫੀ ਬੁਲਾ ਕੇ ਤੇ ਉਹਨੂੰ ਕਹਿੰਦੇ ਨੇ ਕਿ ਜੀ ਬੰਬਈ ਹਮਲੇ ਅਸੀਂ ਕੀਤੇ ਨੇ। ਆਪਣੇ ਮੁਲਕ ਦਾ ਮਸਲਾ ਹੁੰਦਾ ਹੈ
ਤੇ ਉਸੇ ਵਕਤ ਜਨਾਬ ਆਨਲਾਈਨ ਮੀਡੀਆ ਤੇ ਆ ਜਾਂਦੇ ਨੇ। ਇੱਥੇ ਮੀਆਂ ਸਾਹਿਬ ਨੇ ਕੋਈ ਵੀ ਨਾ ਜਵਾਬ ਦੇ ਕੇ ਆਵਾਮ ਨੂੰ ਬੜਾ ਕਾਬਲੇ ਹੋਰ ਗੱਲ ਹੈ। ਬੜਾ ਦੁੱਖ ਪਹੁੰਚਾਇਆ ਆਵਾਮ ਨੂੰ। ਹਾਂਜੀ ਪਾਕਿਸਤਾਨੀ ਆਵਾਮ ਮੀਆਂ ਸਾਹਿਬ ਤੋਂ ਬੜੇ ਦੁਖੀ ਨੇ ਇਸ ਟਾਈਮ। ਤੇ ਕਿਉਂ ਨਾ ਦੁਖੀ ਹੋਵਣ। 3 ਦਫਾ ਵਜ਼ੀਰ ਆਜ਼ਮ ਬਣਾਇਆ, ਇਸ ਟਾਈਮ ਵੀ ਉਹਨਾਂ ਦੀ ਬੇਟੀ ਨੂੰ ਸਭ ਤੋਂ ਵੱਡੇ ਸੂਬੇ ਦੀ ਵਜ਼ੀਰ ਆਲਾ ਹੈ, ਭਰਾ ਉਹਨਾਂ ਦਾ ਵਜ਼ੀਰ ਆਜ਼ਮ ਹੈ। ਇਸ ਟਾਈਮ ਕੋਈ ਜਿਹੜਾ ਅੱਧੇ ਪਾਕਿਸਤਾਨੀ ਯਕੀਨ ਮੰਨੋ ਜਨਾਬ ਆਪਣਾ ਮੀਆਂ ਸਾਹਿਬ ਨੂੰ ਸਹੀ ਸਪੋਰਟ ਕਰ ਰਿਹਾ। ਮੈਂ ਆਪ ਵੇਖੇ ਨੇ ਕੋਈ ਬੰਦੇ ਜਨਾਬ ਮੀਆਂ ਸਾਹਿਬ ਨੂੰ ਸਹੀ ਸਪੋਰਟ ਕਰ ਰਹੇ ਨੇ। ਉਹ ਕਰਦੇ ਰਹੇ ਨੇ। ਮੀਆਂ ਸਾਹਿਬ ਨਹੀਂ ਨਾ ਪਾਕਿਸਤਾਨ ਨੂੰ ਸਪੋਰਟ ਕਰਦੇ ਪਏ। ਜਾਂ ਮੀਆਂ ਸਾਹਿਬ ਹੋਰਾਂ ਦਾ ਮੀਆਂ ਸਾਹਿਬ ਅੱਗੇ ਨੇ ਧਿਆਨ ਹੈ। ਮੀਆਂ ਸਾਹਿਬ ਜਿਹੜੇ ਨੇ ਮੀਆਂ ਸਾਹਿਬ ਨੂੰ ਤੇ ਉਹੀ ਜਿਹੜੇ ਬੰਦੇ ਸਪੋਰਟ ਵੀ ਕਰਦੇ ਨੇ ਉਹਨਾਂ ਨੂੰ ਕਿ ਉਹ ਦੁਖੀ ਨਹੀਂ ਹਨ ਫਿਰ ਹੁਣ ਕਿ ਮੀਆਂ ਸਾਹਿਬ ਨੂੰ ਇੱਥੇ ਜਵਾਬ ਦੇਣਾ ਚਾਹੀਦਾ ਆ। ਉਂਝ ਤੇ ਗੱਲ ਨਾਲ ਮੀਆਂ ਸਾਹਿਬ ਮਾਈਕ ਅੱਗੇ ਰੱਖ ਲੈਂਦੇ ਨੇ ਤੇ ਪਰਚੀਆਂ ਪੜ੍ਹਨੀਆਂ ਸ਼ੁਰੂ ਕਰ ਦਿੰਦੇ ਨੇ। ਇੱਥੇ ਆ ਕੇ ਤੇ ਮੀਆਂ ਸਾਹਿਬ ਨੂੰ ਮਾਈਕ ਨਹੀਂ ਯਾਦ ਆਏ ਹਨ। ਬਾਕੀ ਗੱਲ ਇਹ ਵੇ ਕਿ ਅੱਛਾ ਦੂਜੇ ਇੱਥੇ ਅਗਰ ਹੁੰਦਾ ਇਮਰਾਨ ਖਾਨ, ਹਾਂਜੀ ਹਾਏ 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 ਹਾਏ, ਕੀ ਬਾਤ। ਉਹਨੇ ਜਨਾਬ ਬੰਦ ਧਾੜ ਕਰਕੇ ਜਵਾਬ ਦੇਣੇ, ਮੂੰਹ ਭੰਨ ਖੜਨਾ ਹੈ ਇਹਦਾ ਭਾਰਤ ਦਾ। ਜਿਸ ਵਕਤ ਪਹਿਲਾਂ ਹੋਇਆ ਸੀ ਨਾ ਪੁਲਵਾਮਾ ਹਮਲਾ, ਉਸ ਵਕਤ ਜਨਾਬ ਉਸ ਵਕਤ ਵੀ ਮੋਦੀ ਨੇ ਇੰਜੇ ਧਮਕੀਆਂ ਦਿੱਤੀਆਂ ਕਿ ਮੈਂ ਛੱਡਣ ਨਹੀਂ ਲਗਾ, ਮੈਂ ਇਹ ਕਰ ਦਿਆਂਦਾ, ਮੈਂ ਉਹ ਕਰ ਦਿਆਂਦਾ। ਅੱਛਾ ਮੋਦੀ ਦਾ ਨਾ ਇੱਕ ਵਤੀਰਾ ਹੈ, ਉਹਨੇ ਇਲੈਕਸ਼ਨ ਜਿਹਾ ਲੜਨਾ ਹੁੰਦਾ ਨਾ ਤੇ ਆਵਾਮ ਕੋਲ ਵੋਟ ਲੈਣ ਵਾਸਤੇ ਉਹ ਇਹੋ ਜਿਹੇ ਡਰਾਮੇ ਕਰਦਾ ਹੈ। ਉਹ ਪਹਿਲਾਂ ਵੀ ਇੰਜੇ ਡਰਾਮੇ ਕਰਦਾ ਰਿਹਾ। ਪਠਾਨਕੋਟ ਹਮਲਾ ਹੋਇਆ, ਉੜੀ ਹਮਲਾ ਹੋਇਆ, ਇਸੇ ਤਰ੍ਹਾਂ ਦੇ ਉਹਨੇ ਡਰਾਮੇ ਕੀਤੇ। ਮੈਂ ਛੱਡਣ ਨਹੀਂ ਲਗਾ ਪਾਕਿਸਤਾਨ ਨੂੰ, ਮੈਂ ਇਹ ਕਰ ਦਿਆਂਦਾ, ਮੈਂ ਉਹ ਕਰ ਦਿਆਂਦਾ, ਇਹਨਾਂ ਨੂੰ ਸਬਕ ਸਿਖਾਉਣਾ ਪਵੇਗਾ, ਇੰਜ ਕਰਨਾ ਪਵੇਗਾ। ਮਤਲਬ ਇਹ ਵੇ ਕਿ ਉਹ ਉਥੇ ਤੜੀਆਂ ਲਾਉਂਦਾ ਆ, ਧਮਕੀਆਂ ਦਿੰਦਾ ਆ, ਇੱਥੋਂ ਕੋਈ ਬੰਦਾ ਬੋਲਦਾ ਨਹੀਂ ਆ। ਚਾਹੇ ਇਸ ਗੱਲ ਵਾਸਤੇ ਨਹੀਂ ਬੋਲਦੇ ਕਿ ਉਹਦੀਆਂ ਗਿੱਦੜ ਧਮਕੀਆਂ ਨੇ ਕਿ ਇਹਨੂੰ ਜਵਾਬ ਦੇਣਾ। ਬਾਕੀ ਉਹਨੇ ਫਿਰ ਜਨਾਬ ਉਹਨੇ ਦੂਜਿਆਂ ਮੁਲਕਾਂ ਦੇ ਵਿੱਚ ਨਾ ਆਪਣੀਆਂ ਇਹ ਧਮਕੀਆਂ ਜਿਹੜੀਆਂ ਨੇ ਉਹ ਜਨਾਬ ਉਹਨਾਂ ਦਾ ਦੂਜਿਆਂ ਮੁਲਕਾਂ ਵਿੱਚ ਰੋਣਾ ਸ਼ੁਰੂ ਕਰ ਦਿੱਤਾ, ਜਿਸ ਵਜ੍ਹਾ ਤੋਂ ਪਾਕਿਸਤਾਨ ਨੂੰ ਬੜਾ ਨੁਕਸਾਨ ਹੋਇਆ। ਪਾਕਿਸਤਾਨ ਗ੍ਰੇ ਲਿਸਟ ਵਿੱਚ ਆ ਗਿਆ। ਅੱਛਾ ਜਿਸ ਵੇਲੇ ਇਮਰਾਨ ਖਾਨ ਆਇਆ ਉਧਰ ਪੁਲਵਾਮਾ ਅਟੈਕ ਹੋ ਗਿਆ। ਪੁਲਵਾਮਾ ਅਟੈਕ ਹੋਇਆ ਤੇ ਇਸੇ ਤਰ੍ਹਾਂ ਮੋਦੀ ਨੇ ਜਨਾਬ ਰੌਲਾ ਪਾ ਦਿੱਤਾ ਜੀ ਮੈਂ ਛੱਡਣ ਨਹੀਂ ਲਗਾ ਪਾਕਿਸਤਾਨ ਨੂੰ, ਮੈਂ ਇਹ ਕਰ ਦਿਆਂਦਾ, ਉਹ ਕਰ ਦਿਆਂਦਾ, ਇਹਨਾਂ ਨੂੰ ਕੌਤ ਇਹਨਾਂ ਦੀ ਯਾਦ ਲਾਣੀ ਹੈ। ਇੱਥੇ ਬੈਠਿਆ ਇਮਰਾਨ ਖਾਨ, ਫਿਰ ਉਹ ਆ ਗਿਆ ਮੀਡੀਆ ਤੇ। ਉਹ ਵੀ ਉਹਨੇ ਆਖਿਆ ਵੀ ਜਨਿਆ ਗੱਲ ਇਹ ਵੇ ਕਿ ਸਾਨੂੰ ਕੋਈ ਜ਼ਰੂਰਤ ਨਹੀਂ ਤੇਰੇ ਮੁਲਕ ਦੇ ਵਿੱਚ ਹਮਲੇ ਕਰਨ ਦੀ, ਅਸੀਂ ਆਪਣੀ ਮੈਸ਼ੀਅਤ ਨੂੰ ਬਿਹਤਰ ਕਰਨੇ ਆ, ਤੂੰ ਆਪਣੀ ਨੂੰ ਕਰ। ਅਗਰ ਤੇਰੇ ਕੋਲ ਕੋਈ ਸਬੂਤ ਹੈ ਤੇ ਆ ਜਾ ਸਾਡੇ ਨਾਲ ਆ ਕੇ ਟੇਬਲ ਤੇ ਬਹਿ ਕੇ ਟੇਬਲ ਟਾਕ ਕਰ, ਸਬੂਤ ਦੇ, ਅਸੀਂ ਜਿੱਥੋਂ ਤੱਕ ਹੋ ਸਕਿਆ ਤੇਰਾ ਉਜ਼ਾਲਾ ਕਰਾਂਗੇ। ਤੇ ਜਿਹੜੀਆਂ ਤੂੰ ਗੱਲਾਂ ਕਰਨਾ ਨਾ ਕਿ ਛੱਡਣ ਨਹੀਂ ਲਗਾ, ਇਹ ਕਰ ਦਿਆਂਦਾ, ਉਹ ਕਰ ਦਿਆਂਦਾ, ਉਹਨੇ ਆਖਿਆ ਜਿਸ ਵਕਤ ਇੱਧਰ ਆਇਆ ਨਾ ਇੱਥੋਂ ਚਪੇੜਾਂ ਖਾ ਕੇ ਜਾਏਂਦਾ। ਅਸੀਂ ਜਵਾਬ ਦੇਣ ਦਾ ਸੋਚਾਂਦੇ ਨਹੀਂ, ਜਵਾਬ ਦਿਆਂਗੇ। ਅੱਛਾ ਜਿਸ ਵਕਤ ਇਮਰਾਨ ਖਾਨ ਨੇ ਗੱਲ ਕੀਤੀ, ਹੁਣ ਮੋਦੀ ਨੂੰ ਤੇ ਇਹ ਆ ਕਿ ਮੈਂ ਇੰਜ ਵਾਵੇਲੀਆਂ ਮਾਰ ਦਿਆਂਦਾ, ਮੈਨੂੰ ਅੱਗੋਂ ਕਿਹੜਾ ਜਵਾਬ ਲੱਭਣਾ। ਤੇ ਜੇ ਜਵਾਬ ਲੱਭਾ ਤੇ ਉਸ ਵੇਲੇ ਫਿਰ ਆਵਾਮ ਨੇ ਆਖਿਆ ਹੁਣ ਤੇ ਉਹ ਆਖਦੇ ਹੀ ਨਾ ਪਿਆ, ਹੁਣ ਜਾ ਸੁਣਾ। ਫਿਰ ਆਇਆ ਤੇ ਦੁਨੀਆ ਨੇ ਵੇਖਿਆ ਉਹਨਾਂ ਦੇ ਅਭਿਨੰਦਨ ਨੂੰ, ਉਹਨਾਂ ਦਾ ਜਹਾਜ਼ ਵੀ ਗਿਰਾਇਆ, ਅਭਿਨੰਦਨ ਨੂੰ ਫੜਿਆ ਵੀ, ਉਹਨੂੰ ਚਾਹ ਵੀ ਪਿਲਾਈ। ਠੀਕ ਹੈ। ਤੇ ਫਿਰ ਪੂਰੀ ਦੁਨੀਆ ਦੇ ਸਾਹਮਣੇ ਅਭਿਨੰਦਨ ਨੇ ਇਹ ਮੰਨਿਆ ਵੀ ਕਿ ਭਾਰਤ ਦੀ ਜਿਹੜੀ ਹਕੂਮਤ ਹੈ ਤੇ ਮੀਡੀਆ ਉਹ ਸਰਾਸਰ ਝੂਠੀ ਹੈ। ਕਿ ਹੁਣ ਵੀ ਇਸ ਟਾਈਮ ਵੀ ਆਉਂਦਾ ਨਾ ਇਮਰਾਨ ਖਾਨ, ਉਹਨੇ ਜਨਾਬ ਇਹਨਾਂ ਨੂੰ ਤਾੜ ਇਹਨਾਂ ਦੇ ਮੂੰਹ ਤੇ ਮਾਰਨੀ, ਉਹਨੇ ਤਾਂ ਗੱਲ ਨਹੀਂ ਕਰਨ ਦੇਣੀ ਇਹਨਾਂ ਨੂੰ। ਪਰ ਜੀ ਫੇਰ ਵੀ ਆਵਾਮ ਇਹ ਚਾਹੁੰਦੇ ਨੇ, ਆਵਾਮ ਦੇ ਦੋ ਮੁਤਾਲਬੇ ਨੇ। ਇੱਕ ਤੇ ਅਸੀਂ ਆਵਾਮ ਦੇ ਕੋਲ ਜਾਵਾਂਗੇ, ਆਵਾਮ ਕੋਲੋਂ ਵੀ ਪੁੱਛਾਂਗੇ ਕਿ ਇਹ ਦੋ ਮੁਤਾਲਬੇ ਕਰਦੇ ਨੇ ਵੇ, ਵਾਕਈ ਕਰ ਰਹੇ ਨੇ ਆਵਾਮ ਦੋ ਮੁਤਾਲਬੇ। ਨੰਬਰ 1 ਕਿ ਸਿਰਫ ਭਾਰਤ ਦੇ ਤਿਆਰੇ ਕਰਾਉਣ ਤੇ ਨਾਲ ਬਦਲਾ ਪੂਰਾ ਨਹੀਂ ਹੋ ਜਾਂਦਾ।
ਉਹਨਾਂ ਨੇ ਜਿਹੜਾ ਜ਼ੁਲਮ ਕੀਤਾ ਹੈ, ਉਹਦਾ ਉਹਨਾਂ ਨੂੰ ਮੂੰਹ ਤੋੜ ਜਵਾਬ ਵੀ ਲੱਭਣਾ ਚਾਹੀਦਾ। ਦੂਸਰਾ ਮੁਤਾਲਬਾ ਇਹ ਵੇ ਕਿ ਮੀਆਂ ਸਾਹਿਬ ਜਿਹੜੇ ਨੇ ਉਹ ਖਾਮੋਸ਼ੀ ਤਰੋੜਨ ਨਾਲ ਮੀਆਂ ਸ਼ਹਬਾਜ਼ ਸ਼ਰੀਫ ਨੇ ਕੌਮ ਨਾਲ ਖਿਤਾਬ ਕੀਤਾ, ਉਹ ਵਜ਼ੀਰ ਆਜ਼ਮ ਨੇ ਸਰਬਰਾਹ ਨੂੰ ਮੁਸਲਿਮ ਲੀਗ ਨੂਨ ਦੇ ਮੀਆਂ ਨਵਾਜ਼ ਸ਼ਰੀਫ ਨੇ, ਉਹਨਾਂ ਨੂੰ ਚਾਹੀਦਾ ਆ ਕੋਈ ਬਿਆਨ ਦੇਣਾ ਤੇ ਉਹਨਾਂ ਵੱਲ ਮੀਆਂ ਨਵਾਜ਼ ਸ਼ਰੀਫ ਵੱਲ ਆਵਾਮ ਦੀਆਂ ਨਜ਼ਰਾਂ ਨੇ। ਆਵਾਮ ਚਾਹੁੰਦੇ ਨੇ ਕਿ ਮੀਆਂ ਸਾਹਿਬ ਜਿਹੜੇ ਨੇ ਉਹ ਮੋਦੀ ਨੂੰ ਹੁਣ ਯਾਰੀ ਨੂੰ ਛੱਡਣ, ਸਾੜੀਆਂ ਦਿੱਤੀਆਂ ਲਈਆਂ ਨੂੰ ਛੱਡਣ, ਉਹਨੂੰ ਸਾਈਡ ਤੇ ਕਰਨ। ਇਸ ਮੁਲਕ ਨੇ, ਜਿਸ ਮੁਲਕ ਨੇ ਇਤਨੀ ਇੱਜ਼ਤ ਦਿੱਤੀ ਹੈ ਮੀਆਂ ਸਾਹਿਬ ਨੂੰ, ਇਸ ਮੁਲਕ ਵਾਸਤੇ ਯਾਰੀ ਨੂੰ ਤੇ ਬਿਜ਼ਨਸ ਨੂੰ ਤੇ ਆਰਸ਼ਾਂ ਨੂੰ ਪਿੱਛਾ ਕਰ ਦੇਣ ਤੇ ਉਹਨੂੰ ਮੂੰਹ ਤੋੜ ਜਵਾਬ ਦੇਣ। ਬਿਲਕੁਲ ਜੀ, ਬਿਲਕੁਲ ਹੱਕ ਬਜਾਣਾ ਹੋਣਾ ਚਾਹੀਦਾ ਨਾ ਇਹ ਹੋਣਾ ਇਹ ਚਾਹੀਦਾ। ਹੋਣਾ ਚਾਹੀਦਾ ਜੀ, ਬਿਲਕੁਲ ਹੋਣਾ ਚਾਹੀਦਾ। ਪਰ ਮੈਂ ਤਾਂ ਕਹਿੰਦਾ ਸਾਰੇ ਆਵਾਮ ਸਾਡੀ ਇੱਕ ਹੋਵੇ ਨਾ, ਠੀਕ ਹੈ, ਉਹ ਜਿਹੜਾ ਅੰਦਰ ਬੈਠੇ ਉਹਨੂੰ ਕੱਢਣ ਨਾ ਬਾਹਰ, ਤੇ ਮੈਂ ਕਹਿੰਦਾ ਕੁਝ ਵੇਖਣ ਦੀ ਨੌਬਤ ਹੀ ਨਹੀਂ ਆਉਂਦੀ। ਆਵਾਮ ਤੇ ਇੱਕ ਹੈ, ਜਿਹੜਾ ਅੰਦਰ ਬੈਠੇ ਆ ਉਹਨੂੰ ਵੀ ਬਾਹਰ ਨਿਕਲਣਾ ਚਾਹੀਦਾ, ਵਾਕਈ ਉਹਨੂੰ ਬਾਹਰ ਕੱਢਣਾ ਚਾਹੀਦਾ। ਬਹਰਹਾਲ ਆਵਾਮ ਫੇਰ ਵੀ ਇੱਕ ਹੈ। ਪਾਕਿਸਤਾਨ ਦੀ ਸਲਾਮਤੀ ਦਾ ਜਿਸ ਵਕਤ ਮਸਲਾ ਆਵੇ ਤਾਂ ਕੋਈ ਵੀ ਪਾਕਿਸਤਾਨੀ ਕਦੇ ਵੀ ਪਿਛਾ ਨਹੀਂ ਹਟਣ ਲੱਗਾ। ਬਿਲਕੁਲ ਇਹ ਤੇ ਗੱਲ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਪਾਕਿਸਤਾਨੀ ਹਰ ਇੱਕ ਫਰਦ, ਬੱਚੇ ਤੋਂ ਲਾ ਕੇ ਜਵਾਨ ਬੁੱਢੇ ਤੱਕ, ਸਾਰੇ ਜਨਾਬ ਫੌਜ ਦੇ ਨਾਲ ਸ਼ਾਨਾ ਬਿਸ਼ਾਨਾ ਖੜੇ ਹੋਣਗੇ। ਇਹ ਦੁਸ਼ਮਣ ਜਿਹੜਾ ਉਹ ਆਪਣੇ ਦਿਲ ਵਿੱਚੋਂ ਕੱਢ ਦੇ, ਆਪਣੇ ਵਹਿਮ ਵਿੱਚੋਂ ਕੱਢ ਦੇ ਕਿ ਪਾਕਿਸਤਾਨੀ ਆਵਾਮ ਜਿਹੜੀ ਹੈ ਉਹ ਫੌਜ ਦਾ ਸਾਥ ਨਹੀਂ ਦੇਣ ਲੱਗੀ ਜਾਂ ਚੁੱਪ ਕਰਕੇ ਬਹਿਣ ਦੇ।